शुभम जी ਕਿਹੜੀ ਜਗ੍ਹਾ ਤੇ ਸੀ ਔਰ ਕਾਹਦੀ ਪੜ੍ਹਾਈ ਕਰਨ ਗਏ ਸੀ? ਮੈਂ ਜੀ MBBS ਦੀ ਪੜ੍ਹਾਈ ਕਰਨ ਗਿਆ ਸੀ। ਮੈਂ ਕੀਵ ਦੇ ਵਿੱਚ ਸੀਗਾ, ਯੂਕਰੇਨ ਦੀ ਜਿਹੜੀ ਕਿ ਰਾਜਧਾਨੀ ਹੈ, ਉੱਥੇ ਮੈਂ ਪੜ੍ਹ ਰਿਹਾ ਸੀ ਫਸਟ ਈਅਰ ਦੇ ਵਿੱਚ। ਉੱਥੇ ਮੈਂ ਸਟੂਡੈਂਟ ਸੀ ਜੀ। ਹਾਂਜੀ। ਤੇ ਮੈਂ ਇੱਕ ਸਰਕਾਰ ਦਾ, ਮੋਦੀ ਜੀ ਦਾ, ਰਾਜਨਾਥ ਸਿੰਘ ਜੀ ਦਾ, BJP RSS ਦਾ, ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ। ਸਰ ਕਿਹੋ ਜਿਹੇ ਹਾਲਾਤ ਸੀਗੇ, ਕਿਉਂਕਿ ਕਾਫੀ ਵੀਡੀਓ ਸਾਹਮਣੇ ਆ ਰਹੀਆਂ ਸੀਗੀਆਂ ਕਿ ਜੰਗ ਜਿਸ ਤਰੀਕੇ ਨਾਲ ਲੱਗੀ ਹੋਈ ਹੈ, ਤਾਂ ਕਿਸ ਤਰੀਕੇ ਦੇ ਹਾਲਾਤ ਸੀਗੇ ਔਰ ਕਿਸ ਤਰੀਕੇ ਦਾ ਸਫ਼ਰ ਕਰਕੇ ਆਏ ਹੋ ਤੁਸੀਂ? ਤਾਂ ਦੇਖੋ ਜੀ, ਜੰਗ ਦਾ ਮਾਹੌਲ ਸੀ ਪੂਰਾ ਇੱਕ ਤਰ੍ਹਾਂ ਦਾ, ਬਹੁਤ ਖਤਰਨਾਕ, ਬਹੁਤ ਬੱਚਿਆਂ ਦੇ ਮਾਈਂਡ 'ਚ ਟੈਨਸ਼ਨ ਸੀ ਕਿ ਅਸੀਂ ਇੱਥੋਂ ਦੀ ਕਿੱਦਾਂ ਨਿਕਲ ਪਾਵਾਂਗੇ। ਬਹੁਤ ਮੁਸ਼ਕਿਲ ਸਮਾਂ ਸੀਗਾ ਉਹ, 6 ਤੋਂ 7 ਦਿਨ ਜਿਹੜੇ ਸੀ ਬਹੁਤ ਮੁਸ਼ਕਿਲ ਕੱਟੇ ਹੈ। ਬੰਕਰ ਦੇ ਵਿੱਚ ਰਹਿ ਕੇ ਅਸੀਂ ਉਹ ਦਿਨ ਕੱਟੇ ਹੈ। ਜਿੱਦਾਂ ਹੀ ਵਾਰ ਸਾਇਰਨ ਵੱਜਦਾ ਸੀ ਸਾਨੂੰ ਬੰਕਰ 'ਚ ਜਾਣਾ ਪੈਂਦਾ ਸੀ, ਤੇ ਖਾਣਾ ਵਾਣਾ ਅਸੀਂ ਜਿਹੜਾ ਸੀ ਦਿਨ ਦਾ ਇੱਕ ਟਾਈਮ ਕਰਤਾ ਸੀ, ਕਿਉਂਕਿ ਜਿੱਦਾਂ ਕਿ ਵਾਰ ਦੀ ਸਿਚੁਏਸ਼ਨ ਹੈ, ਸਾਰੀ ਚੀਜ਼ਾਂ ਬੰਦ ਹੋ ਜਾਂਦੀਆਂ, ਸਾਰੇ ਸਟੋਰਸ ਬੰਦ ਹੋ ਜਾਂਦੇ ਆ। ਦਿਨ ਦੇ ਵਿੱਚ ਇੱਕ ਵਾਰ ਖਾਂਦੇ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਬੰਕਰ ਦੇ ਵਿੱਚ ਚਲੇ ਜਾਂਦੇ ਸੀ। ਜਿੱਦਾਂ ਹੀ ਸ਼ਾਮ ਹੁੰਦੀ ਸੀ ਅਸੀਂ ਬੰਕਰ ਦੇ ਵਿੱਚ ਸਾਰੇ ਸਟੂਡੈਂਟਸ ਬੰਕਰ ਦੇ ਵਿੱਚ ਗੁਜ਼ਾਰਦੇ ਸੀ। ਤੁਹਾਡੇ ਕਿੰਨੇ ਕੁ ਸਟੂਡੈਂਟ ਸੀ ਇੱਥੇ ਮੌਕੇ? ਸਾਡੇ ਨਾਲ ਮੇਰੀ ਯੂਨੀਵਰਸਿਟੀ ਦੇ ਵਿੱਚ 60 ਤੋਂ 70 ਇੰਡੀਅਨ ਸਟੂਡੈਂਟ ਸੀਗੇ, ਤੇ ਮਤਲਬ ਓਵਰਆਲ ਦੂਸਰੀ ਯੂਨੀਵਰਸਿਟੀਜ਼ ਦੇ ਵੀ ਆ ਗਏ ਸੀ, ਕਿਉਂਕਿ ਉਹ 에ਅਰਪੋਰਟ ਪਹੁੰਚੇ ਸੀ ਤੇ ਉਸੇ ਦਿਨ 에ਅਰਪੋਰਟ ਤੇ ਹਮਲੇ ਹੋ ਗਏ ਸੀ। ਫਿਰ ਇਸ ਕਰਕੇ ਉਹ ਗਿਣਤੀ ਜਿਹੜੀ ਆ, ਉਹ ਕਾਊਂਟ ਜਿਹੜਾ ਹੈ ਉਹ 70-80 ਤੋਂ ਵੱਧ ਕੇ ਟੋਟਲ 200 ਦੇ ਆਸ-ਪਾਸ ਹੋ ਗਿਆ ਸੀ। ਜਿਹੜਾ ਕਿ ਇੱਕ ਬੰਕਰ ਦੇ ਵਿੱਚ 200 ਇੰਡੀਅਨਸ ਜਿਹੜੇ ਸਾਡੇ ਸੀਗੇ ਉਸ ਟਾਈਮ ਤੇ, ਸਾਡੀ ਹੋਸਟਲ ਦੇ ਨੀਚੇ ਬੰਕਰ ਦੇ ਵਿੱਚ 200 ਇੰਡੀਅਨ ਸਟੂਡੈਂਟ ਸੀਗੇ, ਜਿਹੜੇ ਕਿ ਹੁਣ ਨਿਕਲ ਕੇ ਆਲਮੋਸਟ ਸਾਰੇ ਵਾਪਸ ਆ ਚੁੱਕੇ ਨੇ। ਜਿਹੜਾ ਗੋਲਾਬਾਰੀ ਹੋ ਰਹੀ ਸੀ ਮੌਕੇ, ਤੁਸੀਂ ਆਪ ਸਾਰੇ ਲਾਈਵ ਦੇਖਿਆ ਇਸ ਮੌਕੇ ਤੇ? ਦੇਖੋ ਸਰ, ਮੈਂ ਗੋਲਾਬਾਰੀ ਦੇਖੀ ਨਹੀਂ ਹੈ, ਬਟ ਉਹ ਧਮਾਕਿਆਂ ਦੀ ਆਵਾਜ਼ ਅਸੀਂ ਜਿਹੜੀ ਹੈ ਸਾਨੂੰ ਸੁਣਾਈ ਦਿੱਤੀ ਗਈ ਹੈ। ਫਾਇਰਿੰਗ ਦੀ ਆਵਾਜ਼ ਸਾਨੂੰ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ। ਮਤਲਬ ਸਾਡੇ ਤੋਂ 5-6 ਕਿਲੋਮੀਟਰ ਦੂਰ ਜਦ ਵੀ ਕਦੇ ਵੀ ਬੰਬ ਬਲਾਸਟ ਹੁੰਦਾ ਸੀ, ਸਾਡੇ ਹੋਸਟਲ ਤੱਕ ਗੂੰਜ ਜਿਹੜੀ ਹੈ ਉਹ ਧਮਾਕੇ ਦੀ ਸੁਣਾਈ ਦਿੱਤੀ ਜਾਂਦੀ ਸੀ। ਦਹਿਸ਼ਤ ਦਾ ਮਾਹੌਲ ਸੀ। ਕਿਸੇ ਵੀ ਸਮੇਂ ਤੇ ਇਹ ਕਿਹਾ ਗਿਆ ਸੀ ਕਿਸੇ ਵੀ ਸਮੇਂ ਜਿਹੜਾ ਕੀ ਹੈ ਧਮਾਕਾ ਹੋ ਸਕਦਾ ਹੈ। ਇੱਕ ਸਾਨੂੰ ਇਹ ਵੀ ਟੈਨਸ਼ਨ ਸੀ ਕਿ ਜਿੱਦਾਂ ਕਿ ਸਾਡੇ ਹੋਸਟਲ ਦੇ ਸਾਹਮਣੇ ਹੀ ਆਰਮੀ ਦਾ ਇੱਕ ਬੇਸ ਸੀ, ਤੇ ਸਾਨੂੰ ਇਹ ਵੀ ਪਰੇਸ਼ਾਨੀ ਸੀ ਕਿ ਇੱਥੇ ਹੀ ਕਿਤੇ ਬਲਾਸਟ ਨਾ ਹੋ ਜਾਏ, ਕਿਉਂਕਿ ਹੁਣ ਜਦ ਧਮਾਕਾ ਹੁੰਦਾ ਉਹ ਪਤਾ ਨਹੀਂ ਚੱਲਦਾ ਕਿਸ ਟਾਈਮ ਕਿਹੜੀ ਜਗ੍ਹਾ ਤੇ ਹੋ ਜਾਣਾ। ਇਸ ਕਰਕੇ ਸਾਨੂੰ ਬਹੁਤ ਸਟ੍ਰਿਕਟਲੀ ਕਿਹਾ ਗਿਆ ਸੀ ਕਿ ਜਿੱਦੇ ਹੀ ਵਾਰ ਸਾਇਰਨ ਵੱਜੇ, ਤੁਸੀਂ ਜੋ ਕੁਝ ਵੀ ਕਰਦੇ ਹੋ ਉਸੇ ਟਾਈਮ ਛੱਡ ਕੇ ਤੁਰੰਤ ਨੀਚੇ ਭੱਜਣਾ ਹੈ। ਤੁਸੀਂ 6ਵੇਂ ਫਲੋਰ ਤੇ ਹੋ, ਤੁਸੀਂ 7ਵੇਂ ਫਲੋਰ ਤੇ ਹੋ, ਛੱਡ ਕੇ ਵਾਇਆ ਸਟੇਅਰਸ ਨੀਚੇ ਭੱਜ ਕੇ ਬੰਕਰਾਂ ਦੇ ਵਿੱਚ ਜਿਹੜਾ ਕਿ ਪ੍ਰੋਟੈਕਟ ਹੋ ਜਾਣਾ। ਤੇ ਇੰਡੀਅਨ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਦੇ ਤੁਹਾਨੂੰ ਉਧਰੋਂ ਜਿਹੜਾ ਬਚਾਇਆ ਗਿਆ ਔਰ ਕਿਸ ਤਰ੍ਹਾਂ ਦੀ ਉਧਰੋਂ ਮਦਦ ਕੀਤੀ ਗਈ? ਦੇਖੋ, ਇੰਡੀਅਨ ਗਵਰਨਮੈਂਟ ਨੇ ਬਾਰਡਰ ਤੋਂ ਪਹਿਲਾਂ ਜਿਹੜਾ ਕਿ ਉਹ ਕੁਝ ਨਹੀਂ ਕਰ ਪਾ ਰਹੀ ਸੀ, ਅਸਹਾਇ ਸੀ, ਕਿਉਂਕਿ ਉਹ ਆਪਣਾ ਪੂਰਾ ਦੇਣਾ ਚਾਹ ਰਹੀ ਸੀ। ਬਟ ਉੱਥੇ ਦੇ ਜਿਹੜੇ ਨਾਗਰਿਕ ਨੇ, ਉੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਉਹ ਚਾਹੁੰਦੇ ਸੀ ਕਿ ਪਹਿਲਾਂ ਉਹ ਆਪਣੇ ਨਾਗਰਿਕਾਂ ਨੂੰ ਸੇਵ ਕਰਨ, ਬਾਅਦ ਦੇ ਵਿੱਚ ਫੋਰਨਰ ਸੇਫ ਹੋਣਗੇ, ਪਹਿਲਾਂ ਉਹਨਾਂ ਦੇ ਆਪਣੇ ਨਾਗਰਿਕ ਸੇਫ ਹੋਣ। ਇਸ ਲਈ ਸਾਨੂੰ ਟ੍ਰੇਨਸ ਦੇ ਵਿੱਚ ਵੀ ਅਲਾਉਡ ਨਹੀਂ ਕੀਤਾ ਜਾ ਰਿਹਾ ਸੀ ਬੈਠਣਾ, ਕਿਉਂਕਿ ਉਹ ਆਪਣੇ ਕੰਟਰੀ ਦੇ ਹੀ ਲੋਕਾਂ ਨੂੰ ਪਹਿਲਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਤੁਸੀਂ ਕਦ ਪਹੁੰਚੇ ਹੋ ਔਰ ਇੰਡੀਅਨ ਗਵਰਨਮੈਂਟ ਦਾ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੁੰਦੇ? ਮੈਂ ਜੀ ਪਹੁੰਚਿਆ ਇੱਥੇ 3 ਤਰੀਕ ਨੂੰ, ਕੱਲ ਪਹੁੰਚਿਆ ਮੈਂ 7:30 ਵਜੇ ਮੈਂ ਇੱਥੇ ਘਰ ਪਹੁੰਚ ਗਿਆ। ਮੈਂ ਇੰਡੀਅਨ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ। ਇਹ ਸਿਰਫ ਪਹਿਲੇ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਹੋਏ ਨੇ, ਜਿਹੜੇ ਕਿ ਆਪਣੇ ਬੱਚਿਆਂ ਨੂੰ ਉੱਥੋਂ ਦੀ ਕੱਢ ਕੇ ਲੈ ਕੇ ਆਪਣੇ ਘਰ ਉਹਨਾਂ ਦੇ ਘਰਾਂ ਤੱਕ ਸੇਫਲੀ ਉਹਨਾਂ ਨੇ ਪਹੁੰਚਾਇਆ। ਮਾਂ-ਬਾਪ ਦਾ ਜਿਹੜਾ ਪਿੱਛੇ ਚਿੰਤਾ ਬਣੀ ਸੀਗੀ, ਕਿਸ ਤਰ੍ਹਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਨਜ਼ਰੀਏ ਦੇਖਦੇ ਹੋ? ਮੈਂ ਜੀ ਉਸ ਟਾਈਮ ਤੇ ਘਰਦਿਆਂ ਨੂੰ ਬਹੁਤ ਟੈਨਸ਼ਨ ਹੋ ਰੱਖੀ ਸੀਗੀ ਕਿ ਕਦ ਉਹਨਾਂ ਦਾ ਮਤਲਬ ਬੱਚੇ ਉਹਨਾਂ ਦੇ ਘਰ ਵਾਪਸ ਆਣਗੇ। ਕਈ ਵਾਰ ਫੋਨ ਦੇ ਉੱਤੇ ਗੱਲਬਾਤ ਹੁੰਦੀ ਸੀ। ਕਈ ਵਾਰ ਇਦਾਂ ਹੁੰਦਾ ਸੀ ਕਿ ਗੱਲਬਾਤ ਕਰਦੇ ਸਮੇਂ ਹੀ ਸਾਇਰਨ ਵੱਜਦਾ ਸੀ, ਸਾਨੂੰ ਉੱਥੋਂ ਦੀ ਭੱਜਣਾ ਪੈਂਦਾ ਸੀ।
ਫੋਨ ਕੱਟ ਕੇ, ਕਿਉਂਕਿ ਬੰਕਰਸ ਦੇ ਵਿੱਚ ਜਿਹੜਾ ਕਿ ਗੱਲਬਾਤ ਨਹੀਂ ਹੁੰਦੀ, ਨੈਟਵਰਕ ਨਹੀਂ ਆਉਂਦਾ ਬੰਕਰਸ ਦੇ ਵਿੱਚ, ਇਸ ਲਈ ਸਾਨੂੰ ਉੱਥੋਂ ਦੀ ਨਿਕਲ ਕੇ ਆਪਣੇ ਬੰਕਰਸ ਦੇ ਵਿੱਚ ਆਣਾ ਪੈਂਦਾ ਸੀ, ਕਮਰਿਆਂ ਚੋਂ ਨਿਕਲ ਕੇ ਬੰਕਰਸ ਦੇ ਵਿੱਚ ਆਣਾ ਪੈਂਦਾ ਸੀ। ਸ਼ੁਭਮ ਜੀ, ਇੱਕ ਸਵਾਲ ਹੈਗਾ। ਹਾਂਜੀ। ਕਹਿੰਦੇ ਕਿ ਭਾਰਤੀ ਮੁੰਡਿਆਂ ਨੇ ਜਿਹੜੀ ਭਾਰਤ ਦੇ ਕੁੜੀਆਂ ਸੀਗੀਆਂ ਉਹਨਾਂ ਦਾ ਕਾਫੀ ਸਾਥ ਦਿੱਤਾ, ਕਿਉਂਕਿ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਸੀ, ਉਹਨਾਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਸੀਗੀਆਂ ਜਦੋਂ ਰੋਕਿਆ ਗਿਆ। ਇਹ ਜਿਹਾ ਕੁਝ ਨਹੀਂ ਹੈ, ਇਹ ਜਿਹਾ ਕੁਝ ਵੀ ਨਹੀਂ ਹੈ ਕਿ ਉੱਥੇ ਲੜਕੀਆਂ ਨਾਲ ਕੁਝ ਗਲਤ ਹੋ ਨਹੀਂ, ਉਹ ਕਹਿੰਦੇ ਭਾਰਤੀ ਮੁੰਡਿਆਂ ਨੇ ਸਾਡਾ ਸਾਥ ਦਿੱਤਾ, ਜੇ ਨਾ ਹੁੰਦੇ ਤਾਂ ਜਿਹੜੇ ਦੂਸਰੀ ਕੰਟਰੀਆਂ ਦੇ ਮੁੰਡੇ ਸੀ ਉਹ ਛੇੜਖਾਨੀ ਕਰ ਰਹੇ ਸੀ। ਹੋ ਸਕਦਾ ਹੈ ਕਿਤੇ ਹੋ ਰਿਹਾ ਹੋਵੇ, ਪਰ ਮੇਰੇ ਸਾਹਮਣੇ ਜੀ ਇਹੋ ਜਿਹਾ ਕੁਝ ਨਹੀਂ ਹੋਇਆ। ਸਾਡੇ ਆਪਣੇ ਸਟੂਡੈਂਟ ਸਾਡੇ ਸਾਰੇ ਸੇਫ ਸੀ, ਮੁੰਡੇ ਸਾਰੇ ਨਾਲ ਸੀ, ਅਸੀਂ ਸਾਡੇ ਗਰੁੱਪ ਦੇ ਵਿੱਚ ਕੁੜੀਆਂ ਵੀ ਸੀ, ਪਰ ਇਹੋ ਜਿਹਾ ਸਾਨੂੰ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਆਪਾਂ ਸਟੇਸ਼ਨ ਤੇ ਵੀ ਆਏ ਹਾਂ, ਅਸੀਂ ਰਸਤੇ 'ਚ ਤਿਰੰਗਾ ਲਾ ਕੇ ਵੀ ਆਏ ਹਾਂ, ਤੇ ਇਹੋ ਜਿਹਾ ਸਾਨੂੰ ਕੁਝ ਦੇਖਣ ਨੂੰ ਨਹੀਂ ਮਿਲਿਆ। ਤਿਰੰਗਾ ਦੀ ਗੱਲ ਕੀਤੀ ਹੈ ਤੁਸੀਂ, ਤਿਰੰਗੇ ਦੇ ਜਿਸ ਹਿਸਾਬ ਨਾਲ ਉੱਥੇ ਮਾਹੌਲ ਸੀਗਾ, ਹਾਂਜੀ, ਕੀ ਕਹਿੰਦੇ ਜੀ ਇੰਡੀਅਨ ਜਿਹੜਾ ਤਿਰੰਗਾ ਦੇਖ ਕੇ ਕੋਈ ਮਤਲਬ ਤੁਹਾਨੂੰ ਕਾਫੀ ਸੇਫਟੀ ਮਿਲੀ ਹੈ? ਦੇਖੋ ਜੀ, ਉੱਥੇ ਮਾਰਸ਼ਲ ਲਾਅ ਲੱਗਾ ਹੋਇਆ ਸੀ। ਉੱਥੇ ਅਗਰ ਯੂਕਰੇਨੀਅਨ ਆਰਮੀ ਅਗਰ ਕਿਸੇ ਨੂੰ ਵੀ ਸਟ੍ਰੇਂਜਰ ਪਾਉਂਦੀ ਹੈ, ਉਹਦੇ ਕੋਲ ਜਾ ਕੇ ਉਹਦਾ ਪਤਾ ਨਹੀਂ ਪੁੱਛੂਗੀ ਕਿ ਜੀ ਤੁਸੀਂ ਕਿੱਥੋਂ ਨਹੀਂ ਹੋ। ਉਹਨਾਂ ਨੂੰ ਫੁੱਲ ਆਰਡਰ ਸੀ ਸ਼ੂਟ ਐਟ ਸਾਈਡ ਦਾ, ਤੇ ਇਦਾਂ ਹੋਇਆ ਵੀ ਹੈ। ਜਿੱਥੇ ਉਹਨਾਂ ਨੇ ਸਟ੍ਰੇਂਜਰ ਦੇਖਿਆ ਉਹਨਾਂ ਨੇ ਗੋਲੀ ਚਲਾਈ ਹੈ, ਤੇ ਜਿਹੜਾ ਕਿ ਝੰਡੇ ਦੀ ਵੈਲਿਊ ਹੈ ਉਹ ਸਾਨੂੰ ਦੇਖਣ ਨੂੰ ਮਿਲੀ ਹੈ। ਉੱਥੇ ਝੰਡਾ ਅਸੀਂ ਆਪਣੇ ਕੋਲ ਰੱਖਿਆ ਹੋਇਆ ਸੀ, ਜਿਹਦੇ ਕਾਰਨ ਆਰਮੀ ਨੂੰ ਪਤਾ ਸੀ ਕਿ ਹਾਂਜੀ ਇਹ ਇੰਡੀਅਨਸ ਹੈ, ਇਹਨਾਂ ਨੂੰ ਜਾਣ ਦਿਓ, ਤਾਂ ਇਸ ਲਈ ਅਸੀਂ ਉੱਥੋਂ ਦੀ ਨਿਕਲ ਪਾਏ ਹਾਂ। ਚੱਲ ਨਾਮ ਤੁਹਾਡਾ? ਤੁਸੀਂ ਇੱਥੇ ਲੁਧਿਆਣਾ ਕਿੱਥੇ ਰਹਿੰਦੇ ਹੋ? ਚੰਦਨ ਨਗਰ। ਚੰਦਨ ਨਗਰ। ਬੇਟਾ ਤੁਹਾਡਾ ਗਿਆ ਸੀਗਾ, ਕਿੱਥੇ ਗਿਆ ਸੀਗਾ ਔਰ ਕਿੰਨੀ ਦੇਰ ਹੋ ਗਈ ਸੀ ਗਏ? ਯੂਕਰੇਨ ਕੀਵ ਦੇ ਰਾਸਤਾ ਦੇ ਕਿੰਨੀ ਕੁ ਉਮਰ ਸੀਗੀ ਜਿਹੜੇ ਗਿਆ ਸੀ ਇੱਥੋਂ, ਔਰ ਸਟੱਡੀ ਵਾਸਤੇ ਗਿਆ ਸੀ? ਹਾਂਜੀ, ਸਟੱਡੀ ਵਾਸਤੇ, ਮੈਡੀਕਲ ਦੀ ਸਟੱਡੀ ਵਾਸਤੇ। ਤੇ ਹੁਣ ਜਿਹੜੇ ਹਾਲਾਤ ਹੋ ਗਏ ਸੀਗੇ ਉੱਥਾਂ ਦੇ, ਤੁਸੀਂ ਸਾਨੂੰ ਵੀ ਪਤਾ ਸੀਗਾ, ਚਿੰਤਾ ਬਣੀ ਹੋਈ ਸੀ ਕਿ ਕਿਤੇ ਨਾ ਕਿਤੇ, ਔਰ ਹੁਣ ਅੱਜ ਵਾਪਸ ਆਇਆ, ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਬਹੁਤ ਖੁਸ਼ੀ ਹੋਈ ਹੈ, ਚਲੋ ਬੱਚਾ ਸਹੀ ਸਲਾਮਤ ਘਰ ਆਇਆ। ਪਹਿਲਾਂ ਤਾਂ ਬਹੁਤ ਟੈਨਸ਼ਨ 'ਚ ਸੀ ਕਿ ਚਲੋ ਬੱਚਾ ਠੀਕ ਠਾਕ ਘਰ ਪਹੁੰਚੇ, ਸਾਰਿਆਂ ਦੇ ਬੱਚੇ ਪਹੁੰਚਣ। ਮੈਂ ਤਾਂ ਇਹੀ ਦੁਆ ਮੰਗਦੀ ਹਾਂ ਰੱਬ ਤੋਂ। ਬਾਹਰ ਜਿਹੜੇ ਵੀਡੀਓ ਵਾਇਰਲ ਹੁੰਦੀ ਸੀ ਤੁਸੀਂ ਦੇਖਦੇ ਸੀਗੇ, ਗੋਲਾਬਾਰੀ ਬੰਬਾਰੀ ਹੁੰਦੀ ਹੈ, ਤੁਹਾਡੀ ਬੇਟੇ ਨਾਲ ਗੱਲਬਾਤ ਹੁੰਦੀ ਸੀਗੀ? ਹਾਂਜੀ ਹਾਂਜੀ, ਉਸ ਵੇਲੇ ਅਸੀਂ ਫੋਨ ਕਰਦੇ ਸੀ ਵੀ ਬੱਚੇ ਠੀਕ ਹੈ ਬੇਟਾ, ਕਹਿੰਦੇ ਹਾਂਜੀ ਮੰਮਾ ਮੈਂ ਠੀਕ ਹਾਂ, ਜੇ ਸੇਫ ਹੈ ਥੋੜ੍ਹਾ ਜਿਹਾ ਏਰੀਆ। ਫਿਰ ਵੀ ਡਰ ਲੱਗਦਾ ਹੈ ਜਦੋਂ ਬੰਬ ਵਗੈਰਾ ਫੁੱਟਦੇ ਹੈ ਤੇ ਆਵਾਜ਼ ਬਹੁਤ ਧਮਾਕੇ ਵਾਲੇ ਆਉਂਦੀ ਹੈ, ਡਰ ਲੱਗਦਾ ਹੈ। ਤੇ ਜਿਸ ਖਾਣ ਪੀਣ ਦੀ ਗੱਲ ਕੀਤੀ ਗਈ ਹੈ, ਉੱਥੇ ਖਾਣਾ ਪੀਣਾ ਨਹੀਂ ਮਿਲਿਆ ਸੀਗਾ, ਇੱਕ ਟਾਈਮ ਮਿਲਦਾ ਪਿਆ ਸੀਗਾ, ਤੁਹਾਡੇ ਦਿਲ ਤੇ ਕੀ ਗੁਜ਼ਰਦੀ ਸੀ ਉਸ ਟਾਈਮ? ਹਾਂਜੀ, ਸਾਡਾ ਆਪਣਾ ਖਾਣਾ ਪੀਣਾ ਛੁੱਟਿਆ ਹੈ, ਅਸੀਂ ਦੇਖ ਕੇ ਬੱਚਾ ਭੁੱਖਾ ਹੈ ਬੈਠਾ। ਤੇ ਹੁਣ ਬੱਚਾ ਤੁਹਾਡਾ ਕਦ ਆਇਆ ਇੱਥੇ ਵਾਪਸ? ਹਾਂਜੀ, ਕੱਲ ਆਇਆ ਰਾਤ। ਕੱਲ ਆਇਆ। ਤੇ ਜਿਹੜੇ ਹਾਲਾਤ ਸੀਗੇ ਉਹਦੇ ਆਉਣ ਦੇ ਜਿਹੜੇ ਦੇਖਿਆ ਗਿਆ, ਕਿਹਦੇ ਵੱਲੋਂ, ਸਰਕਾਰ ਵੱਲੋਂ ਭੇਜਿਆ ਗਿਆ ਇੱਥੇ, ਵਾਪਸ ਬੁਲਾਇਆ ਗਿਆ ਹੈ? ਹਾਂਜੀ, ਸਰਕਾਰ ਨੇ ਬਹੁਤ ਮਦਦ ਕੀਤੀ ਹੈ। ਹਾਂਜੀ, ਸਰਕਾਰ ਨੇ ਬਹੁਤ ਮਦਦ ਕੀਤੀ ਹੈ, ਉਹਨਾਂ ਦਾ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਹੁਣ ਲੜਾਈ ਤੋਂ ਬਾਅਦ ਅਗਰ ਬਾਈ ਚਾਂਸ ਦੁਬਾਰਾ ਮਿਲਦੇ ਆ ਤੁਹਾਡੇ ਬੱਚੇ ਨੂੰ ਬਾਹਰ ਜਾਣ ਦੇ, ਕੀ ਤੁਸੀਂ ਬੱਚਾ ਆਪਣਾ ਬਾਹਰ ਦੁਬਾਰਾ ਭੇਜੋਗੇ? ਬਹੁਤ ਮੁਸ਼ਕਿਲਾਂ ਨਾਲ ਸਾਹਮਣਾ ਕਰਕੇ। ਲੋਕੀ ਜਿਹੜੇ ਹੁਣ ਵੀ ਪੜ੍ਹਾਈ ਵਾਸਤੇ ਬੱਚਿਆਂ ਨੂੰ ਭੇਜ ਰਹੇ ਨੇ, ਹਜੇ ਵੀ ਭੇਜ ਰਹੇ ਨੇ, ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਕਹਿੰਦੀ ਹਾਂ ਵੀ ਇੱਥੇ ਹੀ ਯੂਨੀਵਰਸਿਟੀ ਕੋਈ ਬਣਾਉਣ ਇਸ ਤਰ੍ਹਾਂ ਦੀ, ਬੱਚੇ ਬਾਹਰ ਹੀ ਨਾ ਜਾਣ, ਮਾਂ-ਬਾਪ ਤੋਂ ਦੂਰ ਹੀ ਨਾ ਹੋਣ। ਹੁਣ ਬੇਟਾ ਤੁਹਾਡੇ ਕੋਲ ਆ ਇਸ ਟਾਈਮ ਤੇ, ਚਿੰਤਾ ਖਤਮ ਆ ਇਸ ਟਾਈਮ ਤੇ? ਜੀ ਅੱਜ ਬੱਚਾ ਆਇਆ ਹੈਗਾ, ਯੂਕਰੇਨ ਤੋਂ ਬੱਚਾ ਆਇਆ, ਔਰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬੱਚੇ ਨੇ ਆ ਕੇ ਦੱਸੇ ਆ ਤੁਹਾਨੂੰ, ਆਗੇ ਵੀ ਤੁਹਾਡੇ ਲਈ ਸਰਕਾਰ ਵੱਲੋਂ, ਤੁਸੀਂ ਅਸਲ ਬੀਜੇਪੀ ਦੇ ਮੇਨ ਲੁਧਿਆਣੇ ਵਿੱਚ ਚੁਣੇ ਗਏ ਹੋ, ਤੇ ਜਿਹੜਾ ਸਰਕਾਰ ਵੱਲੋਂ ਕਾਫੀ ਹੈਲਪ ਕੀਤੀ ਗਈ ਹੈ, ਬੱਚੇ ਫਸੇ ਹੋਏ ਸੀਗੇ, ਹਾਲਾਤ ਮਾੜੇ ਸੀਗੇ, ਤੁਸੀਂ ਅੱਜ ਚੰਦਨ ਨਗਰ ਆਏ ਹੋ, ਕੀ ਕਹਿਣਾ ਚਾਹੁੰਦੇ? ਸ਼ੁਭਮ ਦੇ ਘਰ ਅਸੀਂ ਪਹੁੰਚੇ ਆ। ਇਹ ਬੱਚਾ ਕੀਵ ਦੇ ਵਿੱਚ ਸੀ, ਯੂਕਰੇਨ ਦੇ ਵਿੱਚ ਜਿਹੜੀ ਰਾਜਧਾਨੀ ਹੈ, ਉੱਥੋਂ ਅੱਜ ਵਾਪਸ ਆਇਆ, ਵਾਰਮ ਵੈਲਕਮ ਕੀਤਾ। ਇਹਨੇ ਦੱਸਿਆ ਜਿੱਦਾਂ ਸ਼ੁਭਮ ਨੇ, ਹਾਲਾਤ ਬੜੇ ਖਰਾਬ ਸੀਗੇ ਕਿਉਂਕਿ ਬੰਬਾਰੀ, ਲਗਾਤਾਰ ਬੰਬਾਰੀ ਹੋ ਰਹੀ ਹੈ, ਯੁੱਧ ਚੱਲ ਰਿਹਾ ਦੇਸ਼ 'ਚ। ਪਰ ਭਾਰਤ ਸਰਕਾਰ ਮੋਦੀ ਸਾਹਿਬ ਦੇ ਅਗਵਾਈ ਦੇ ਵਿੱਚ ਸਾਡੀ ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ। ਕੁਝ ਬੱਚੇ ਰਹਿ ਗਏ ਆ, ਜਦ ਤੱਕ ਇੱਕ ਬੱਚਾ ਅਸੀਂ ਘਰ ਲੈ ਨਹੀਂ ਆਉਂਦੇ, ਘਰ ਤੱਕ ਪਹੁੰਚਾ ਨਹੀਂ ਪਾਉਂਦੇ ਭਾਰਤ ਦੇਸ਼ ਦੇ ਵਿੱਚ ਹਰ ਕੋਨੇ ਦੇ ਵਿੱਚ, ਤਦ ਤੱਕ ਅਸੀਂ ਸਬਰ ਨਹੀਂ ਕਰਾਂਗੇ। ਤੇ ਦੂਜੀ ਗੱਲ, ਜਿਹੜੇ ਲੋਕ ਅੱਜ ਸੋਸ਼ਲ ਮੀਡੀਆ ਤੇ ਗਲਤ ਵੀਡੀਓ ਵਾਇਰਲ ਕਰ ਰਹੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਦੇਸ਼ ਦਾ ਸਵਾਲ ਹੈ, ਤਿਰੰਗੇ ਨੂੰ ਤੁਸੀਂ ਦੇਖੋ, ਅੱਜ ਤਿਰੰਗੇ ਦੀ ਪਾਵਰ, ਪਾਕਿਸਤਾਨ ਦੇ ਬੱਚੇ, ਈਰਾਨ ਦੇ ਬੱਚੇ ਪਾਕਿਸਤਾਨ ਦਾ ਝੰਡਾ ਲਗਾ ਕੇ ਉੱਥੋਂ ਬਾਹਰ ਨਿਕਲ ਰਹੇ ਆ, ਤੇ ਇਹ ਤਿਰੰਗੇ ਦੀ ਪਾਵਰ ਹੈ, ਇਹ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਹੋ ਸਕਦੀ ਹੈ। ਮੈਂ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ। ਜਿਹੜੇ ਬੱਚੇ ਉੱਥੇ ਰਹਿ ਗਏ ਆ ਉਹਨਾਂ ਨੂੰ ਆਪਾਂ ਬਾਹਰ ਕੱਢਣਾ, ਗਲਤ ਵੀਡੀਓ ਪਾ ਕੇ ਕਈ ਵਾਰੀ ਗਲਤ ਸੰਦੇਸ਼ ਚੱਲ ਜਾਂਦਾ। ਤੇ ਮੈਂ ਧੰਨਵਾਦ ਕਰਦਾ ਚਾਰੋਂ ਮੰਤਰੀ, ਕੇਂਦਰੀ ਮੰਤਰੀ ਜਿਹੜੇ ਉੱਥੇ ਬੈਠੇ ਹੋਏ ਆ,
ਆਪਣਾ ਸਾਰਾ ਛੱਡ ਕੇ ਉਹਨਾਂ ਨੂੰ ਇੱਕ ਸਿਰਫ ਉਹਨਾਂ ਦੇ ਮਨ 'ਚ ਇੱਕ ਹੈ ਕਿ ਆਪਣਾ ਬੱਚਾ ਘਰ ਤੱਕ ਲੈ ਕੇ ਜਾਈਏ। ਇਸ ਗੱਲ ਦੀ ਮੈਂ ਸਰਾਹਨਾ ਕਰਦਾ ਵੀ ਭਾਰਤੀ ਜਨਤਾ ਪਾਰਟੀ ਹੈ ਤਾਂ ਹੈ, ਪਰ ਕਾਂਗਰਸੀ ਵੀ ਅੱਜ ਬਿਆਨਬਾਜ਼ੀ ਬੜੀ ਕਰ ਰਹੇ ਆ। ਰਾਹੁਲ ਗਾਂਧੀ ਜੀ ਵੀ ਬਿਆਨਬਾਜ਼ੀ ਕਰ ਰਹੇ ਆ, ਪਰ ਆਪਣੇ ਫਾਰਮ ਹਾਊਸਾਂ 'ਚ ਬੈਠ ਕੇ ਨਾ ਬੈਠੋ। ਫਾਰਮ ਹਾਊਸਾਂ 'ਚ ਅੱਜ ਤੁਹਾਨੂੰ ਨਿਕਲਣਾ ਚਾਹੀਦਾ ਸੀ, ਬੱਚਿਆਂ ਦੇ ਘਰਾਂ 'ਚ ਜਾਣਾ ਚਾਹੀਦਾ ਸੀ, ਨਹੀਂ ਗਏ। ਤੇ ਉਹਨਾਂ ਦੀ ਇਹੀ ਫਰਕ ਤੇ ਭਾਰਤੀ ਜਨਤਾ ਪਾਰਟੀ ਕਾਂਗਰਸ 'ਚ। ਗੁਰਜੀਤ ਜੀ, ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਜਿਹਦੇ ਵਿੱਚ ਲੜਕੀਆਂ ਦੇ ਨਾਲ ਕੁਝ ਛੇੜਖਾਨੀ ਦਾ ਮਾਮਲਾ ਵੀ ਆਇਆ ਸੀਗਾ ਮਿਲਟਰੀ ਵਾਲੇ ਉਧਰ ਦੀ ਜਿਹੜੀ ਸਰਕਾਰ। ਉਹ ਸ਼ੁਭਮ ਨੇ ਦੱਸਿਆ ਕੁਝ ਬਾਰਡਰਾਂ ਦੇ ਵਿੱਚ ਜਦੋਂ ਜ਼ਿਆਦਾ ਬੱਚੇ ਇਕੱਠੇ ਹੋ ਜਾਂਦੇ ਕੁਝ ਪ੍ਰੋਬਲਮ ਆ ਜਾਂਦੀ ਆ, ਪਰ ਉਹ ਕਹਿੰਦਾ ਵੀ ਮੈਨੂੰ ਇਦਾਂ ਦਾ ਦੇਖਣ ਨੂੰ ਕੁਝ ਨਹੀਂ ਮਿਲਿਆ। ਤੇ ਅਸੀਂ ਤਾਂ ਕਹਾਂਗੇ ਕਈ ਵਾਰੀ ਨਾ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਜਿਹਦਾ ਤੱਤ ਪ੍ਰਮਾਣਿਤ ਨਹੀਂ ਹੁੰਦੀਆਂ, ਪਰ ਮੈਂ ਫਿਰ ਇਹ ਗੱਲ ਕਹੂੰਗਾ ਜੇ ਕੋਈ ਗਲਤੀ ਹੋਈ ਹੈ ਤੇ ਉਹ ਸਰਕਾਰ ਯੂਕਰੇਨੀਅਨ ਜ਼ਿੰਮੇਵਾਰ ਹੈ ਇਸ ਚੀਜ਼ ਦੀ, ਪਰ ਅਸੀਂ ਆਪਣੇ ਜਿਹੜਾ ਦਾਇਤਵ ਸੀਗਾ ਅਸੀਂ ਆਪਣਾ ਫਰਜ਼ ਸੀ ਉਹ ਨਿਭਾਇਆ। ਠੀਕ ਹੈ। ਔਰ ਸਰਕਾਰ ਦਾ ਜਿਹੜਾ ਸੈਂਟਰ ਗਵਰਨਮੈਂਟ ਦਾ ਸੈਂਟਰ ਗਵਰਨਮੈਂਟ ਨੇ ਹੀ ਫਰਜ਼ ਨਿਭਾਇਆ ਜੀ, ਜੇ ਤਾਂ ਹੀ ਅੱਜ ਬੱਚੇ ਕੁਸ਼ਲ ਸੁਰੱਖਿਅਤ ਹੋ ਕੇ ਆਪਣੇ ਘਰਾਂ 'ਚ ਪਹੁੰਚ ਰਹੇ ਆ। ਤੇ ਕੁਝ ਬੱਚੇ ਜਿਹੜੇ ਫਸੇ ਹੋਏ ਨੇ ਉਹਨਾਂ ਦੀ ਘਰ ਇੱਕ ਬੱਚਾ ਘਰ ਲੈ ਕੇ ਆਵਾਂਗੇ, ਛੱਡਦੇ ਕੋਈ ਨਹੀਂ ਜੀ। ਰਸ਼ੀਆ ਤੋਂ ਵੀ ਅਸੀਂ ਬਾਰਡਰ ਤੋਂ ਕਲੀਅਰ ਕਰਾ ਰਹੇ ਹਾਂ ਤਾਂ ਜੋ ਬੱਚੇ ਆਪਣੇ ਘਰ ਤੱਕ ਆ ਸਕਣ।